ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ YouTube ਚੈਨਲ GPS ਮਾਣੀਖੇੜਾ ਤੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇੱਕ ਨਵੇਂ ਟੌਪਿਕ ਦੀ, ਜਿਸ ਦਾ ਨਾਮ ਹੈ ਡਿਵੀਜ਼ੀਬਿਲਟੀ ਰੂਲਸ ਫਰੋਮ 1 to 10। 1 ਤੋਂ ਲੈ ਕੇ 10 ਤੱਕ ਜਿਹੜੀਆਂ ਸੰਖਿਆਵਾਂ ਹਨ, ਇਸ ਨਾਲ ਸੰਬੰਧਿਤ ਕੁਝ ਭਾਗ ਦੇ ਨਿਯਮ ਹਨ ਜਿਨ੍ਹਾਂ ਬਾਰੇ ਆਪਾਂ ਗੱਲ ਕਰਾਂਗੇ। ਇੱਕ ਦੀ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ ਤਾਂ ਇੱਕ ਇਸ ਤਰ੍ਹਾਂ ਦੀ ਸੰਖਿਆ ਹੈ ਜਿਹੜੀ ਹਰੇਕ ਸੰਖਿਆ ਨੂੰ ਭਾਗ ਕਰਦੀ ਹੈ। ਦੁਨੀਆ ਦੇ ਵਿੱਚ ਕੋਈ ਵੀ ਸੰਖਿਆ ਹੈ, ਅੱਜ ਤੱਕ ਤੁਸੀਂ ਜਿੰਨੀਆਂ ਵੀ ਸੰਖਿਆਵਾਂ ਪੜ੍ਹੀਆਂ ਹਨ ਉਹਨਾਂ ਸਾਰੀਆਂ ਸੰਖਿਆਵਾਂ ਨੂੰ ਇੱਕ ਭਾਗ ਕਰਦਾ ਹੈ। ਆਪਣਾ ਜਿਹੜਾ ਟੌਪਿਕ ਹੈ ਉਹ ਮੇਨ ਸ਼ੁਰੂ ਹੁੰਦਾ ਹੈ 2। ਤਾਂ ਇਹ ਨੇ 3 ਸੰਖਿਆਵਾਂ ਜਿਹੜੀਆਂ ਤੁਸੀਂ ਬੋਰਡ ਦੇ ਉੱਤੇ ਦੇਖ ਰਹੇ ਹੋ। ਆਪਾਂ ਇਹ ਚੈੱਕ ਕਰਨਾ ਹੈ ਕਿ ਇਹ ਸੰਖਿਆਵਾਂ 2 ਨਾਲ ਭਾਗ ਹੋ ਜਾਣਗੀਆਂ ਜਾਂ ਨਹੀਂ ਹੋ ਜਾਣਗੀਆਂ। ਤਾਂ ਦੇਖੋ, ਇਸ ਨੂੰ ਆਪਾਂ ਕਿਸ ਤਰੀਕੇ ਨਾਲ ਚੈੱਕ ਕਰ ਸਕਦੇ ਹਾਂ। ਕੋਈ ਵੀ ਜਿਸਤ ਸੰਖਿਆ ਉਹ ਹਮੇਸ਼ਾ ਹੀ 2 ਨਾਲ ਭਾਗ ਹੋ ਜਾਊਗੀ। ਤਾਂ ਆਪਾਂ ਸਭ ਤੋਂ ਪਹਿਲਾਂ ਇਹ ਪਤਾ ਲਵਾਉਣਾ ਹੈ ਕਿ ਇਹ ਸੰਖਿਆਵਾਂ ਕਿਹੜੀਆਂ ਹਨ। ਦੇਖੋ, ਜੇਕਰ ਮੈਂ ਪਹਿਲੀ ਉਦਾਹਰਨ ਦੀ ਗੱਲ ਕਰਾਂ, ਐਗਜ਼ਾਮਪਲ 1 ਦੀ ਗੱਲ ਕਰਾਂ, ਤਾਂ ਦੇਖੋ ਇਹ ਇੱਕ ਜਿਸਤ ਸੰਖਿਆ ਹੈ ਜਾਂ ਇੱਕ ਟਾਂਕ ਸੰਖਿਆ ਹੈ। ਜਿਸਤ ਸੰਖਿਆ ਤੋਂ ਭਾਵ ਈਵਨ ਨੰਬਰ। ਤਾਂ ਤੁਸੀਂ ਇਸ ਨੂੰ ਕਿਵੇਂ ਪਤਾ ਲਵਾਓਗੇ ਕਿ ਇਹ ਇੱਕ ਜਿਸਤ ਸੰਖਿਆ ਹੈ? ਤਾਂ ਤੁਸੀਂ ਕੀ ਦੇਖਣਾ ਹੈ, ਤੁਸੀਂ ਉਸ ਸੰਖਿਆ ਦਾ ਇਕਾਈ ਸਥਾਨ ਦੇਖਣਾ ਹੈ। ਇਕਾਈ ਸਥਾਨ, ਜੇਕਰ ਇਸ ਇਕਾਈ ਸਥਾਨ ਦੇਖੋ ਧਿਆਨ ਨਾਲ, ਇਕਾਈ ਸਥਾਨ ਦੇ ਉੱਤੇ 4 ਹੈ, 4 ਇੱਕ ਜਿਸਤ ਸੰਖਿਆ ਹੈ। ਤਾਂ ਇਹ ਜਿਹੜੀ ਸਾਰੀ ਸੰਖਿਆ ਹੈ ਇਹ ਕੀ ਹੋਊਗੀ? ਇੱਕ ਜਿਸਤ ਸੰਖਿਆ ਹੋਊਗੀ। ਤੇ ਕੋਈ ਵੀ ਜਿਹੜੀ ਜਿਸਤ ਸੰਖਿਆ ਹੈ ਉਹ 2 ਨਾਲ ਹਮੇਸ਼ਾ ਹੀ ਭਾਗ ਹੋਊਗੀ। ਤਾਂ ਇਹ ਜਿਹੜੀ ਸਾਰੀ ਦੀ ਸਾਰੀ ਸੰਖਿਆ ਹੈ ਉਹ 2 ਨਾਲ ਭਾਗ ਹੋ ਜੂਗੀ। ਉਸ ਤੋਂ ਬਾਅਦ ਦੇਖੋ ਸੈਕਿੰਡ ਐਗਜ਼ਾਮਪਲ ਦੇ ਵਿੱਚ ਦੇਖੋ, ਜੇਕਰ ਇਕਾਈ ਸਥਾਨ ਦੇ ਅੰਕ ਨੂੰ ਆਪਾਂ ਦੇਖੀਏ ਤਾਂ ਉੱਥੇ 5 ਲਿਖਿਆ ਹੈ। ਤਾਂ 5 ਜਿਹੜਾ ਹੈ ਉਹ ਜਿਸਤ ਸੰਖਿਆ ਨਹੀਂ ਹੈ, ਈਵਨ ਨੰਬਰ ਨਹੀਂ ਹੈ, ਇਹ ਇੱਕ ਔਡ ਨੰਬਰ ਹੈ, ਟਾਂਕ ਸੰਖਿਆ ਹੈ। ਜੇਕਰ ਇਸ ਦੇ ਇਕਾਈ ਸਥਾਨ ਤੇ ਟਾਂਕ ਹੈ ਤਾਂ ਇਹ ਸੰਖਿਆ ਵੀ ਟਾਂਕ ਹੋਏਗੀ ਸਾਰੀ ਦੀ ਸਾਰੀ, ਤਾਂ ਇਹ 2 ਨਾਲ ਭਾਗ ਨਹੀਂ ਹੋਏਗੀ। ਉਸ ਤੋਂ ਬਾਅਦ ਆਪਾਂ ਤੀਜੀ ਉਦਾਹਰਨ ਦੀ ਗੱਲ ਕਰੀਏ ਤਾਂ ਤੀਜੀ ਉਦਾਹਰਨ ਦੇਖੋ ਕੀ ਹੈ। ਲਾਸਟ ਦੇ ਵਿੱਚ ਇਕਾਈ ਸਥਾਨ ਤੇ ਕੀ ਲੱਗਿਆ ਹੈ? 0 ਲੱਗਿਆ ਹੈ। 0 ਬਾਰੇ ਤੁਹਾਨੂੰ ਮੈਂ ਦੱਸਿਆ ਹੀ ਹੈ ਪਹਿਲਾਂ ਹੀ ਕਿ 0 ਜਿਹੜੀ ਹੈ ਨਾ ਤਾਂ ਜਿਸਤ ਸੰਖਿਆ ਹੈ ਤੇ ਨਾ ਹੀ ਟਾਂਕ ਸੰਖਿਆ ਹੈ। ਤਾਂ ਆਪਾਂ ਹੁਣ ਕਿਸ ਤਰ੍ਹਾਂ ਦੇਖਾਂਗੇ? ਤਾਂ ਮੈਂ ਤੁਹਾਨੂੰ ਦੱਸਦਾ ਵੀ 0 ਜਿਹੜੀ ਵੀ ਸੰਖਿਆ ਦੇ ਨਾਲ ਅਖੀਰ ਤੇ ਲੱਗਿਆ ਹੁੰਦਾ ਹੈ ਉਹ ਉਸ ਸੰਖਿਆ ਨੂੰ ਜਿਸਤ ਬਣਾ ਦਿੰਦਾ ਹੈ। ਤਾਂ ਆਪਾਂ ਇਹਨੂੰ ਇੱਕ ਜਿਸਤ ਸੰਖਿਆ ਦੇ ਤੌਰ ਤੇ ਹੀ ਲਵਾਂਗੇ। ਆਪਾਂ ਇਹ ਕਹਾਂਗੇ ਕਿ ਇਹ ਇੱਕ ਜਿਸਤ ਸੰਖਿਆ ਹੈ। 0 ਜਿਹੜੀ ਹੈ ਉਹ ਜਿਸਤ ਸੰਖਿਆ ਨਹੀਂ ਹੈ, ਪਰ ਜੇਕਰ ਪੂਰੀ ਸੰਖਿਆ ਦੀ ਗੱਲ ਕਰੀਏ ਆਪਾਂ ਤਾਂ ਇਹ ਜਿਹੜੀ ਪੂਰੀ ਸੰਖਿਆ ਹੈ ਇਹ ਜਿਸਤ ਸੰਖਿਆ ਹੈ। ਤਾਂ ਇਹ ਵੀ ਜਿਹੜੀ ਹੈ ਉਹ 2 ਨਾਲ ਭਾਗ ਹੋ ਜਾਏਗੀ। ਤਾਂ ਆਪਾਂ ਜੇਕਰ ਓਵਰਆਲ ਦੇਖੀਏ, ਸਾਰੇ ਪੱਖਾਂ ਨੂੰ ਦੇਖੀਏ, ਸਾਰੀਆਂ ਗੱਲਾਂ ਨੂੰ ਦੇਖੀਏ, ਤਾਂ ਜਿਹੜੀ ਸੰਖਿਆ ਕੋਈ ਵੀ ਸੰਖਿਆ ਹੈ ਵੱਡੀ ਤੋਂ ਵੱਡੀ, ਉਸ ਦਾ ਜਿਹੜਾ ਇਕਾਈ ਸਥਾਨ ਹੈ, ਜੇਕਰ ਉਹ 0 ਹੁੰਦਾ ਹੈ, 2 ਹੁੰਦਾ ਹੈ, 4 ਜਾਂ 6 ਜਾਂ 8, ਆ ਜਿਹੜੇ 5 ਅੰਕ ਹਨ, ਜੇਕਰ ਇਹ 5 ਅੰਕਾਂ ਦੇ ਵਿੱਚੋਂ ਇਕਾਈ ਸਥਾਨ ਦੇ ਉੱਤੇ ਇਹਨਾਂ ਦੇ ਵਿੱਚੋਂ ਕੋਈ ਵੀ ਅੰਕ ਆ ਜੇ ਤਾਂ ਜਿਹੜੀ ਉਹ ਸੰਖਿਆ ਹੈ ਉਹ 2 ਨਾਲ ਭਾਗ ਹੋਏਗੀ। ਤਾਂ ਇਹ ਸੀ 2 ਨਾਲ ਭਾਗ ਦੀ ਆਪਾਂ ਨੂੰ ਪਤਾ ਕਰਨ ਦੀ ਵਿਧੀ। ਇਸ ਤੋਂ ਬਾਅਦ ਦੇਖੋ ਆਪਾਂ ਗੱਲ ਕਰਾਂਗੇ 3 ਦੀ। ਇਹ 3 ਸੰਖਿਆਵਾਂ ਹਨ ਜਿਨ੍ਹਾਂ ਦਾ ਆਪਾਂ ਇਹ ਚੈੱਕ ਕਰਨਾ ਹੈ ਕਿ ਇਹ ਸੰਖਿਆਵਾਂ ਜਿਹੜੀਆਂ ਹਨ ਉਹ 3 ਤੇ ਭਾਗ ਹੋ ਜਾਣਗੀਆਂ ਜਾਂ ਨਹੀਂ ਹੋਣਗੀਆਂ। ਤਾਂ ਉਹ ਆਪਾਂ ਕਿਸ ਤਰੀਕੇ ਨਾਲ ਪਤਾ ਲਗਾ ਸਕਦੇ ਹਾਂ? ਤਾਂ ਆਪਾਂ ਨੂੰ ਇਹਨਾਂ ਨੂੰ ਭਾਗ ਕਰਨ ਦੀ ਜ਼ਰੂਰਤ ਨਹੀਂ ਹੈ। ਤਾਂ ਦੇਖੋ ਕੀ ਤਰੀਕਾ ਰਹੇਗਾ ਆਪਣਾ 3 ਦਾ ਜਿਹੜਾ ਰੂਲ ਕੀ ਹੈ। ਤਾਂ 3 ਦਾ ਰੂਲ ਕੀ ਹੈ? ਦੇਖੋ ਵੀ, ਜੇਕਰ ਮੈਂ ਪਹਿਲੀ ਐਗਜ਼ਾਮਪਲ ਦੀ ਗੱਲ ਕਰਾਂ, ਪਹਿਲੀ ਐਗਜ਼ਾਮਪਲ ਨੂੰ ਦੇਖੋ ਧਿਆਨ ਨਾਲ, ਤਾਂ ਤੁਸੀਂ 3 ਨਾਲ ਜੇਕਰ ਭਾਜਯੋਗਤਾ ਚੈੱਕ ਕਰਨੀ ਹੋਵੇ, ਡਿਵੀਜ਼ੀਬਿਲਟੀ ਚੈੱਕ ਕਰਨੀ ਹੋਵੇ, ਤਾਂ ਤੁਸੀਂ ਕੀ ਕਰੋਗੇ? ਤੁਸੀਂ ਇਹਨਾਂ ਜਿਹੜੀ ਸੰਖਿਆਵਾਂ ਦੇ ਜਿਹੜੇ ਅੰਕ ਹਨ ਉਹਨਾਂ ਸਾਰੇ ਅੰਕਾਂ ਨੂੰ ਕੀ ਕਰੋਗੇ? ਜੋੜ ਦਿਓਗੇ। ਦੇਖੋ 4 ਦੇ ਵਿੱਚ ਮੈਂ 3 ਜੋੜਤਾ, ਫਿਰ ਮੈਂ 3 ਦੇ ਵਿੱਚ 5 ਜੋੜਤਾ, 4 3 7 7 5 12। ਤਾਂ ਜਿਹੜਾ ਸੰਖਿਆ ਦੇ ਅੰਕਾਂ ਦਾ ਜਿਹੜਾ ਜੋੜ ਹੈ ਉਹ ਕਿੰਨਾ ਆ ਗਿਆ? 12। ਤਾਂ ਸੰਖਿਆ ਦੇ ਅੰਕਾਂ ਦਾ ਜੋੜ ਜੇਕਰ 3 ਤੇ ਭਾਗ ਹੋ ਜਾਂਦਾ ਹੈ ਤਾਂ ਇਹ ਜਿਹੜੀ ਸੰਖਿਆ ਹੈ ਇਹ 3 ਤੇ ਭਾਗ ਹੋ ਜਾਊਗੀ। ਤਾਂ ਦੇਖੋ 12 ਜਿਹੜਾ ਹੈ, ਅੰਕਾਂ ਨੂੰ ਜੋੜ ਕੇ 12 ਆ ਗਿਆ, ਤਾਂ 12 ਜਿਹੜਾ ਹੈ ਉਹ 3 ਨਾਲ ਭਾਗ ਹੋ ਜਾਂਦਾ ਹੈ। 3 ਦੇ ਪਹਾੜੇ ਤੇ 12 ਆਉਂਦਾ ਹੈ, 3 ਚੌਕੇ 12 ਹੈ ਨਾ, 4 ਉੱਤਰ ਆ ਜਾਏਗਾ। ਤਾਂ 12 ਭਾਗ ਹੁੰਦਾ 3 ਤੇ। ਤਾਂ ਇਹ ਜਿਹੜੀ 435 ਸੰਖਿਆ ਹੈ ਇਹ ਵੀ 3 ਤੇ ਭਾਗ ਹੋ ਜਾਏਗੀ। ਦੇਖੋ ਆਪਾਂ ਉਸ ਤੋਂ ਬਾਅਦ ਦੂਸਰੀ ਉਦਾਹਰਨ ਦੀ ਗੱਲ ਕਰੀਏ ਤਾਂ ਦੂਸਰੀ ਉਦਾਹਰਨ ਦੇਖੋ ਕਿੰਨੀ ਵੱਡੀ ਆਪਾਂ ਸੰਖਿਆ ਲਿਖੀ ਹੈ ਤੇ ਆਪਾਂ ਚੁਟਕੀਆਂ 'ਚ ਦੱਸ ਸਕਦੇ ਹਾਂ ਕਿ ਇਹ 3 ਤੇ ਭਾਗ ਹੋਏਗੀ ਜਾਂ ਨਹੀਂ ਹੋਏਗੀ। ਤਾਂ ਦੇਖੋ ਆ ਸੰਖਿਆ ਦੇ ਅੰਕ ਹਨ, ਜੇਕਰ ਆਪਾਂ ਇਸ ਨੂੰ ਜੋੜ ਦਈਏ ਤਾਂ ਆਪਾਂ ਦੱਸ ਸਕਦੇ ਹਾਂ ਕਿ ਇਹ ਸੰਖਿਆ ਭਾਗ ਹੋਏਗੀ 3 ਨਾਲ ਜਾਂ ਨਹੀਂ ਹੋਏਗੀ। ਦੇਖੋ 1
ਤੇ 2 3 ਤੇ 3 6 ਤੇ 4 10 ਤੇ 5 15 ਤੇ 1 16 ਤੇ 6 22 22 ਤੇ 9 31 31 ਤੇ 2 33 ਤਾਂ ਜਿਹੜਾ ਜੋੜ ਬਣ ਗਿਆ ਇਹਨਾਂ ਸਾਰਿਆਂ ਦਾ ਉਹ ਕਿੰਨਾ ਬਣ ਗਿਆ 33 ਬਣ ਗਿਆ। ਹੁਣ ਦੇਖੋ ਜੋੜ ਹੋ ਸਕਦਾ ਇਸ ਤੋਂ ਵੀ ਵੱਡਾ ਆ ਜੇ, ਤਾਂ ਹੁਣ ਕਈ ਬੱਚਿਆਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਣਾ। ਹੁਣ ਦੇਖੋ 33 ਜਿਹੜਾ ਹੈ ਉਹ 3 ਨਾਲ ਭਾਗ ਹੋਏਗਾ ਜਾਂ ਨਹੀਂ ਹੋਏਗਾ, ਇਸ ਬਾਰੇ ਕਈਆਂ ਨੂੰ ਜੇ ਨਾ ਪਤਾ ਲੱਗੇ ਤਾਂ ਤੁਸੀਂ ਕੀ ਕਰਨਾ ਹੈ, ਜਿਹੜਾ ਵੀ ਜੋੜ ਆਏਗਾ ਸੰਖਿਆ ਦਾ ਉਸ ਜੋੜ ਦੇ ਜਿਹੜੇ ਅੰਕ ਉਹ ਜਿਹੜੀ ਸੰਖਿਆ ਆਊਗੀ ਤੁਸੀਂ ਉਸ ਸੰਖਿਆ ਦੇ ਅੰਕਾਂ ਨੂੰ ਵੀ ਅੱਗੇ ਜੋੜ ਦਿਓ। ਤਾਂ 3 ਨੂੰ ਤੇ 3 ਤੇ 3 ਜੋੜ ਕੇ ਕਿੰਨੇ ਹੋ ਗਏ 6 ਹੋ ਗਏ। ਚਲੋ ਹੁਣ ਦੇਖੋ ਵੀ 6 ਜਿਹੜਾ ਹੈ ਉਹ 3 ਨਾਲ ਭਾਗ ਹੁੰਦਾ ਹੈ ਜਾਂ ਨਹੀਂ ਹੁੰਦਾ, ਤਾਂ 6 ਜਿਹੜਾ ਹੈ ਉਹ 3 ਨਾਲ ਭਾਗ ਹੁੰਦਾ ਹੈ। 3 ਦੂਣੀ 6 2 ਉੱਤਰ ਆਏਗਾ, ਤਾਂ ਇਹ ਜਿਹੜੀ ਸੰਖਿਆ ਹੈ ਉਹ ਵੀ 3 ਨਾਲ ਭਾਗ ਹੋ ਜਾਏਗੀ। ਤਾਂ ਕਈ ਬੱਚਿਆਂ ਨੂੰ ਜੋੜਨ 'ਚ ਵੀ ਦਿੱਕਤ ਆ ਸਕਦੀ ਹੈ, ਠੀਕ ਹੈ, ਕਈ ਵਾਰੀ ਇਹਨਾਂ ਨੂੰ ਜੋੜਨ 'ਚ ਆਪਾਂ ਗਲਤੀ ਕਰ ਜਾਂਦੇ ਹਾਂ। ਤਾਂ ਇਸ ਦਾ ਇੱਕ ਹੋਰ ਵੀ ਮੈਥਡ ਹੈ, ਉਹਨੂੰ ਵੀ ਧਿਆਨ ਨਾਲ ਦੇਖੋ, ਸਮਝਣ ਦੀ ਕੋਸ਼ਿਸ਼ ਕਰੋ। ਉਹ ਕੀ ਹੈ ਦੇਖੋ ਸਭ ਤੋਂ ਪਹਿਲਾਂ ਇਸ ਸੰਖਿਆ ਦੇ ਵਿੱਚ ਜਿਹੜੇ ਵੀ 3 ਨਾਲ ਭਾਗ ਹੋਣ ਵਾਲੇ ਅੰਕ ਨੇ ਉਹਨਾਂ ਨੂੰ ਕੱਟ ਦਿਓ। ਦੇਖੋ 3 ਨਾਲ 3 ਭਾਗ ਹੋ ਜਾਂਦਾ ਹੈ, ਠੀਕ ਹੈ, 6 ਭਾਗ ਹੋ ਜਾਂਦਾ ਹੈ, 9 ਭਾਗ ਹੋ ਜਾਂਦਾ ਹੈ, ਠੀਕ ਹੈ। ਹੁਣ ਬਾਕੀ ਅੰਕਾਂ ਤੇ ਵਿਚਾਰ ਕਰੋ, ਬਾਕੀ ਅੰਕ ਕੀ ਰਹਿ ਗਏ? ਬਾਕੀ ਅੰਕ ਦੇਖੋ ਇੱਥੇ ਰਹਿ ਗਿਆ 1, ਇੱਥੇ 2, 1 ਤੇ 2 ਦਾ ਜਦੋਂ ਜੋੜ ਕਰਾਂਗੇ ਤਾਂ ਕੀ ਬਣ ਜਾਏਗਾ 3 ਬਣ ਜਾਏਗਾ। ਤਾਂ 3 ਵੀ ਜਿਹੜਾ ਹੈ ਉਹ 3 ਤੇ ਭਾਗ ਹੋ ਜਾਂਦਾ ਹੈ। ਤਾਂ ਇਹਨਾਂ ਦੋਵਾਂ ਅੰਕਾਂ ਨੂੰ ਮਿਲਾ ਕੇ ਜਿਹੜਾ 3 ਜੋੜ ਬਣਿਆ ਉਹ ਵੀ ਭਾਗ ਹੋ ਜਾਊਗਾ। ਤਾਂ ਇਹ 2 ਅੰਕ ਵੀ ਕੱਟੇ ਗਏ। ਉਸ ਤੋਂ ਬਾਅਦ ਦੇਖੋ 4 ਤੇ 5 ਤੇ 1 ਤੇ 2 ਅੱਗੇ ਜਿਹੜੇ ਅੰਕ ਰਹਿ ਗਏ। ਤਾਂ ਜੇਕਰ ਦੇਖੋ ਮੈਂ 4 ਤੇ 5 9 ਕਰਦਾ ਹਾਂ ਤਾਂ 9 ਜਿਹੜਾ ਹੈ ਉਹ 3 ਤੇ ਭਾਗ ਹੋ ਜਾਂਦਾ ਹੈ, ਤਾਂ ਇਹ ਅੰਕ ਵੀ ਕੱਟੇ ਗਏ। ਉਸ ਤੋਂ ਬਾਅਦ ਅੰਕ ਰਹਿ ਗਏ 1 ਤੇ 2, 1 ਤੇ 2 ਕਿੰਨੇ ਹੁੰਦੇ ਆ 3, 3 ਤੇ ਭਾਗ ਹੋ ਜਾਂਦਾ ਹੈ, ਤਾਂ ਆਹ ਅੰਕ ਦੋਵੇਂ ਕੱਟੇ ਗਏ। ਤਾਂ ਸਾਰੇ ਅੰਕ ਕੱਟੇ ਗਏ। ਦੇਖੋ ਤਾਂ ਇਸ ਤਰੀਕੇ ਨਾਲ ਤੁਸੀਂ ਜਦੋਂ ਸਾਰੇ ਅੰਕ ਕੱਟੇ ਜਾਣ ਤਾਂ ਇਹ ਤਰੀਕਾ ਵੀ ਜਿਹੜਾ ਹੈ ਉਹ ਬਹੁਤ ਵਧੀਆ ਤਰੀਕਾ ਹੈ। ਇਸ ਤਰੀਕੇ ਨਾਲ ਵੀ ਜਿਹੜਾ ਚੈੱਕ ਹੋ ਜਾਏਗਾ ਵੀ ਇਹ 3 ਨਾਲ ਸੰਖਿਆ ਭਾਗ ਹੋ ਜਾਏਗੀ। ਜੇਕਰ ਆਪਾਂ ਸਾਰਾ ਜੋੜ ਕਰਦੇ ਇਕੱਠਾ ਤਾਂ ਦੇਖੋ ਇਕੱਠਾ ਜੋੜ ਕੀ ਬਣਦਾ ਇਹਦਾ 8 ਤੇ 7 15, 15 ਤੇ 5 20, 20 ਤੇ 6 26, 26 ਤੇ 1 27, 27 ਤੇ 5 27 ਤੇ 5 32, 32 ਤੇ 7 39। ਜੇਕਰ ਕੋਈ ਬੱਚਾ ਇਸ ਤਰੀਕੇ ਨਾਲ ਕਰਦਾ, ਹੁਣ ਤੁਹਾਨੂੰ ਇਹ ਪਤਾ ਹੈ 39 ਜਿਹੜਾ ਉਹ 3 ਨਾਲ ਭਾਗ ਹੋ ਜਾਂਦਾ ਹੈ, 13 3 39। ਤੇ ਫਿਰ ਵੀ ਜੇ ਨਾ ਪਤਾ ਲੱਗੇ ਤਾਂ ਫਿਰ ਇਸ ਦੇ ਜਿਹੜੀ ਸੰਖਿਆ ਆਈ ਹੈ ਆਪਣੇ ਕੋਲੇ ਇਸ ਦੇ ਅੰਕਾਂ ਦਾ ਜੋੜ ਕਰ ਲੈਣਾ ਹੈ ਆਪਾਂ। 9 ਤੇ 3 12 ਹੋ ਜਾਏਗਾ। ਤਾਂ 12 ਤਾਂ ਇੱਕ ਛੋਟੀ ਸੰਖਿਆ ਹੈ, ਉਹ ਆਪਾਂ ਨੂੰ ਪਤਾ ਹੈ ਵੀ 3 ਤੇ ਭਾਗ ਹੋ ਜਾਂਦੀ ਹੈ। ਤਾਂ ਇਹ 2 ਮੈਥਡ ਹਨ, ਜੋ ਮਰਜ਼ੀ ਮੈਥਡ ਤੁਸੀਂ ਅਪਲਾਈ ਕਰ ਸਕੋ। ਤਾਂ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ 4 ਦੀ। ਹੁਣ ਆਪਣੇ ਕੋਲੇ ਉਸੇ ਤਰੀਕੇ ਨਾਲ 3 ਉਦਾਹਰਨਾਂ ਹਨ, ਆਪਾਂ ਇਹਨਾਂ 3 ਉਦਾਹਰਨਾਂ ਨੂੰ ਦੇਖਦੇ ਹਾਂ। ਸਭ ਤੋਂ ਪਹਿਲਾਂ ਪਹਿਲੀ ਉਦਾਹਰਨ ਦੇਖੋ। ਤਾਂ ਇਸ ਦਾ ਨਿਯਮ ਕੀ ਹੈ 4 ਦਾ? 4 ਨਾਲ ਆਪਾਂ ਕਿਵੇਂ ਚੈੱਕ ਕਰਨਾ ਹੈ? ਤਾਂ ਦੇਖੋ ਤੁਸੀਂ ਕੀ ਕਰਨਾ ਹੈ, ਜਿਹੜੀ ਵੀ ਸੰਖਿਆ ਤੁਹਾਡੇ ਸਾਹਮਣੇ ਹੈ ਤੁਸੀਂ ਸਿਰਫ ਉਸ ਦੇ ਅਖੀਰਲੇ 2 ਅੰਕ ਦੇਖਣੇ ਹਨ। ਅਖੀਰਲੇ ਯਾਨੀ ਕਿ ਇਕਾਈ ਦਾ ਅੰਕ ਤੇ ਦਹਾਈ ਦਾ ਅੰਕ, ਤੁਸੀਂ ਉਹਨੂੰ ਰਾਊਂਡ ਕਰ ਲੈਣਾ ਹੈ, ਠੀਕ ਹੈ ਜੀ। ਤਾਂ ਇਕਾਈ ਤੇ ਦਹਾਈ ਦਾ ਅੰਕ ਮਿਲ ਕੇ ਕੀ ਬਣ ਗਿਆ? ਦੇਖੋ 24 ਬਣ ਗਿਆ। 20 4 24। ਤਾਂ 24 ਜਿਹੜਾ ਹੈ ਉਹ ਤੁਸੀਂ ਦੇਖਣਾ ਹੈ ਵੀ ਇਹ 4 ਤੇ ਭਾਗ ਹੁੰਦਾ ਹੈ ਜਾਂ ਨਹੀਂ। ਤਾਂ ਜੇਕਰ ਅਖੀਰਲੇ 2 ਅੰਕ 4 ਤੇ ਭਾਗ ਹੋ ਜਾਣ ਤਾਂ ਇਹ ਜਿਹੜੀ ਸਾਰੀ ਦੀ ਸਾਰੀ ਸੰਖਿਆ ਹੈ ਇਹ 4 ਤੇ ਭਾਗ ਹੋ ਜਾਏਗੀ। ਤਾਂ 24 ਜਿਹੜਾ ਹੈ ਉਹ 4 ਨਾਲ ਭਾਗ ਹੁੰਦਾ ਹੈ, ਇਹ ਜਿਹੜੀ ਸੰਖਿਆ ਹੈ ਇਹ ਵੀ 4 ਨਾਲ ਭਾਗ ਹੋ ਜਾਏਗੀ। ਉਸ ਤੋਂ ਬਾਅਦ ਦੇਖੋ ਸੈਕਿੰਡ ਜਿਹੜੀ ਐਗਜ਼ਾਮਪਲ ਹੈ, ਇਸ ਦੇ ਵਿੱਚ ਦੇਖੋ ਆਪਾਂ ਜਿਹੜੇ ਲਾਸਟ 2 ਅੰਕ ਦੇਖਣੇ ਹੈ ਯਾਨੀ ਕਿ ਇਕਾਈ ਦਾ ਤੇ ਦਹਾਈ ਦਾ ਅੰਕ, ਤਾਂ ਉਹ ਕੀ ਲਿਖਿਆ ਹੈ 0 4 ਲਿਖਿਆ ਹੈ ਨਾ। 0 4 ਦਾ ਮਤਲਬ 4, ਠੀਕ ਹੈ। ਤਾਂ 4 ਜਿਹੜਾ ਹੈ ਉਹ 4 ਤੇ ਭਾਗ ਹੋ ਜਾਂਦਾ ਹੈ, ਤਾਂ ਇਸ ਲਈ ਇਹ ਸੰਖਿਆ ਵੀ 4 ਤੇ ਭਾਗ ਹੋ ਜਾਏਗੀ। ਉਸ ਤੋਂ ਬਾਅਦ ਦੇਖੋ ਤੀਸਰੀ ਐਗਜ਼ਾਮਪਲ ਦੀ ਆਪਾਂ ਗੱਲ ਕਰੀਏ ਤਾਂ ਦੇਖੋ ਇਕਾਈ ਸਥਾਨ ਤੇ 8 ਹੈ, ਦਹਾਈ ਸਥਾਨ ਤੇ 4 ਹੈ, ਯਾਨੀ ਕਿ ਅਖੀਰਲੇ ਜਿਹੜੇ 2 ਅੰਕ ਹੈ ਉਹਨਾਂ ਤੋਂ ਆਪਾਂ ਨੂੰ ਇੱਕ ਸੰਖਿਆ ਮਿਲ ਰਹੀ ਹੈ 48। ਉੱਤਰ ਜਿਹੜਾ 12 ਆ ਜਾਏਗਾ ਜਦੋਂ 48 ਨੂੰ 4 ਨਾਲ ਭਾਗ ਕਰਾਂਗੇ। ਤਾਂ 48 4 ਨਾਲ ਭਾਗ ਹੁੰਦਾ ਹੈ, ਤਾਂ ਇਹ ਸੰਖਿਆ ਵੀ 4 ਨਾਲ ਭਾਗ ਹੋ ਜਾਏਗੀ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ 5 ਦੀ। ਉਸੇ ਤਰੀਕੇ ਨਾਲ 3 ਐਗਜ਼ਾਮਪਲਸ ਲਈਆਂ ਹਨ ਆਪਾਂ। ਇਹਨਾਂ ਐਗਜ਼ਾਮਪਲਸ ਨੂੰ ਦੇਖਦੇ ਹਾਂ ਕਿ ਇਹ ਜਿਹੜੀਆਂ ਸੰਖਿਆਵਾਂ ਹਨ ਉਹ 5 ਤੇ ਭਾਗ ਹੁੰਦੀਆਂ ਹਨ ਜਾਂ ਨਹੀਂ ਹੁੰਦੀਆਂ। ਤਾਂ 5 ਤੇ ਭਾਗ ਦਾ ਜਿਹੜਾ ਰੂਲ ਹੈ ਉਹ ਕੀ ਰੂਲ ਹੈ? ਦੇਖੋ ਤਾਂ ਰੂਲ ਇਹ ਹੈ ਕਿ ਸੰਖਿਆ ਦੇ ਅੰਤ ਵਿੱਚ ਜੇਕਰ 0 ਹੋਵੇ ਜਾਂ 5 ਹੋਵੇ ਤਾਂ ਉਹ ਜਿਹੜੀ ਸੰਖਿਆ ਹੈ ਉਹ ਸਾਰੀ ਦੀ ਸਾਰੀ ਸੰਖਿਆ 5 ਨਾਲ ਭਾਗ ਹੋ ਜਾਊਗੀ। 0 ਤੇ 5 ਤੋਂ ਇਲਾਵਾ ਜੇ ਕੋਈ ਹੋਰ ਅੰਕ ਇਕਾਈ ਵਾਲੇ ਸਥਾਨ ਤੇ ਹੈ
ਤਾਂ ਫਿਰ ਜਿਹੜੀ ਸੰਖਿਆ ਹੈ ਉਹ 5 ਤੇ ਭਾਗ ਨਹੀਂ ਹੋਏਗੀ। ਤਾਂ 5 ਤੇ ਭਾਗ ਕਰਨ ਦੀ ਜਿਹੜੀ ਕੰਡੀਸ਼ਨ ਹੈ ਉਹ ਇੱਕੋ ਇੱਕ ਕੰਡੀਸ਼ਨ ਹੈ ਕਿ ਸੰਖਿਆ ਦੇ ਇਕਾਈ ਸਥਾਨ ਤੇ ਯਾਨੀ ਕਿ ਯੂਨਿਟ ਪਲੇਸ ਤੇ ਕੀ ਹੋਣਾ ਚਾਹੀਦਾ ਹੈ, ਜਾਂ ਤਾਂ 0 ਹੋਣਾ ਚਾਹੀਦਾ ਹੈ ਜਾਂ 5 ਹੋਣਾ ਚਾਹੀਦਾ ਹੈ। ਤਾਂ ਆਪਾਂ ਪਹਿਲੀ ਐਗਜ਼ਾਮਪਲ 'ਚ ਦੇਖਦੇ ਹਾਂ। ਤਾਂ ਇਸ ਦੀ ਜਿਹੜੀ ਇਕਾਈ ਸਥਾਨ ਯੂਨਿਟ ਪਲੇਸ ਦੇ ਉੱਤੇ ਕੀ ਹੈ, 0 ਹੈ। ਤਾਂ ਇਹ ਜਿਹੜੀ ਸੰਖਿਆ ਹੈ ਇਹ 5 ਨਾਲ ਭਾਗ ਹੋ ਜਾਏਗੀ। ਉਸ ਤੋਂ ਬਾਅਦ ਜੇਕਰ ਆਪਣੇ ਕੋਲ ਪੁੱਛਦਾ ਹੈ ਕਿ ਆਹ ਵਾਲੀ ਸੰਖਿਆ ਦੱਸੋ ਬਈ ਇਹ 5 ਤੇ ਭਾਗ ਹੋਏਗੀ ਜਾਂ ਨਹੀਂ ਹੋਏਗੀ, ਆਪਾਂ ਸਿਰਫ ਇਸ ਦਾ ਇਕਾਈ ਸਥਾਨ ਹੀ ਚੈੱਕ ਕਰਨਾ ਹੈ, ਯੂਨਿਟ ਪਲੇਸ ਹੀ ਚੈੱਕ ਕਰਨੀ ਹੈ। ਤਾਂ ਯੂਨਿਟ ਪਲੇਸ ਤੇ ਜਿਹੜਾ 7 ਲਿਖਿਆ ਹੈ, ਤਾਂ 7 ਜਿਹੜਾ ਹੈ ਉਹ 5 ਨਾਲ ਭਾਗ ਨਹੀਂ ਹੁੰਦਾ, ਯਾਨੀ ਕਿ 0 ਹੁੰਦੀ ਜਾਂ ਇੱਥੇ 5 ਹੁੰਦਾ ਤਾਂ ਆਪਾਂ ਕਹਿ ਦਿੰਦੇ ਕਿ ਇਹ 5 ਨਾਲ ਭਾਗ ਹੋ ਜਾਊਗੀ। 7 ਜਿਹੜਾ ਹੈ ਉਹ 5 ਨਾਲ ਭਾਗ ਨਹੀਂ ਹੁੰਦਾ, ਇਸ ਲਈ ਇਹ ਸੰਖਿਆ ਵੀ 5 ਨਾਲ ਭਾਗ ਨਹੀਂ ਹੋਏਗੀ। ਤਾਂ ਉਸ ਤੋਂ ਬਾਅਦ ਤੀਸਰੀ ਸੰਖਿਆ ਦੇਖੋ, ਇਕਾਈ ਸਥਾਨ ਤੇ ਕੀ ਲੱਗਿਆ ਹੈ, 5 ਲੱਗਿਆ ਹੈ, ਤਾਂ ਇਹ ਸੰਖਿਆ 5 ਨਾਲ ਭਾਗ ਹੋ ਜਾਏਗੀ। ਉਸ ਤੋਂ ਬਾਅਦ ਗੱਲ ਕਰਾਂਗੇ ਆਪਾਂ 6 ਦੀ। ਆ 3 ਐਗਜ਼ਾਮਪਲਾਂ ਆਪਣੇ ਕੋਲ ਹੋਰ ਹਨ। ਤੁਸੀਂ ਦੇਖੋ 6 ਤੇ ਜੇਕਰ ਦੇਖਣਾ ਹੋਵੇ ਵੀ ਇਹ ਸੰਖਿਆਵਾਂ ਭਾਗ ਹੋਣਗੀਆਂ ਨਹੀਂ ਹੋਣਗੀਆਂ, ਤਾਂ ਤੁਸੀਂ ਕੀ ਦੇਖੋਗੇ, ਜੇਕਰ ਸੰਖਿਆ 2 ਤੇ ਭਾਗ ਹੁੰਦੀ ਹੈ ਤੇ 3 ਤੇ ਭਾਗ ਹੋ ਜਾਂਦੀ ਹੈ, ਯਾਨੀ ਕਿ 2 ਤੇ ਵੀ ਭਾਗ ਹੋਣੀ ਚਾਹੀਦੀ ਹੈ ਸੰਖਿਆ ਤੇ 3 ਤੇ ਵੀ ਭਾਗ ਹੋਣੀ ਚਾਹੀਦੀ ਹੈ। ਇਹ ਕੰਡੀਸ਼ਨ ਮਸਟ ਹੈ, ਯਾਨੀ ਕਿ ਦੋਵੇਂ ਸੰਖਿਆਵਾਂ ਦੇ ਉੱਤੇ ਜਿਹੜੀ ਸੰਖਿਆ ਭਾਗ ਹੋ ਜੂਗੀ ਉਹ 6 ਤੇ ਵੀ ਭਾਗ ਹੋ ਜੂ। ਤਾਂ 2 ਤੇ 3 ਦਾ ਆਪਾਂ ਪਹਿਲਾ ਨਿਯਮ ਪੜ੍ਹ ਚੁੱਕੇ ਹਾਂ। 2 ਜਿਹੜਾ ਹੈ 2 ਤੇ ਭਾਗ ਹੋਣ ਬੜੀ ਆਸਾਨੀ ਨਾਲ ਚੈੱਕ ਕਰ ਸਕਦੇ ਹਾਂ ਆਪਾਂ। ਦੇਖੋ 2 ਤੇ ਕਿਹੜੀਆਂ ਸੰਖਿਆਵਾਂ ਭਾਗ ਹੋਣਗੀਆਂ, ਜਿਸਤ ਸੰਖਿਆਵਾਂ। ਤਿੰਨੇ ਸੰਖਿਆਵਾਂ ਜਿਹੜੀਆਂ ਹਨ ਉਹ ਜਿਸਤ ਹਨ, ਤਾਂ ਇਹ 2 ਤੇ ਤਾਂ ਭਾਗ ਹੋ ਹੀ ਰਹੀਆਂ ਹਨ, ਤਿੰਨੇ ਦੀਆਂ ਤਿੰਨੇ ਸੰਖਿਆਵਾਂ। ਹੁਣ ਗੱਲ ਰਹਿ ਗਈ ਆਪਾਂ 3 ਤੇ ਚੈੱਕ ਕਰਨਾ ਹੈ। ਤਾਂ ਪਹਿਲੀ ਐਗਜ਼ਾਮਪਲ ਨੂੰ ਦੇਖੋ 3 ਤੇ ਚੈੱਕ ਕਰੀਏ। ਤਾਂ ਦੇਖੋ 3 ਤੇ 2 5 ਤੇ 5 10 10 ਤੇ 8 18 18 ਤੇ 6 24 24 ਜਿਹੜਾ ਹੈ ਉਹ 3 ਤੇ ਭਾਗ ਹੋ ਜਾਂਦਾ ਹੈ। ਤਾਂ ਇਹ ਸੰਖਿਆ ਵੀ ਜਿਹੜੀ ਹੈ ਉਹ 3 ਤੇ ਭਾਗ ਹੋ ਜਾਏਗੀ, ਯਾਨੀ ਕਿ ਇਹ 2 ਤੇ ਵੀ ਭਾਗ ਹੋ ਰਹੀ ਹੈ, ਇਹ 3 ਤੇ ਵੀ ਭਾਗ ਹੋ ਰਹੀ ਹੈ, ਇਸ ਲਈ ਇਹ 6 ਤੇ ਵੀ ਭਾਗ ਹੋ ਜਾਏਗੀ। ਉਸ ਤੋਂ ਬਾਅਦ ਇਸ ਸੰਖਿਆ ਨੂੰ ਦੇਖਦੇ ਹਾਂ ਆਪਾਂ। 3 ਦੇਖੋ 2 ਤੇ ਤਾਂ ਭਾਗ ਹੋਏਗੀ ਕਿਉਂਕਿ ਜਿਸਤ ਸੰਖਿਆ ਹੈ। 3 ਤੇ 7 10 ਤੇ 3 13 13 ਤੇ 4 17। ਤਾਂ ਇਸ ਦਾ ਜਿਹੜਾ ਜੋੜ ਬਣ ਰਿਹਾ ਹੈ ਹੁਣ ਦੇਖੋ 17 ਬਣ ਰਿਹਾ ਹੈ। 17 ਜਿਹੜਾ ਹੈ ਉਹ 3 ਤੇ ਭਾਗ ਨਹੀਂ ਹੁੰਦਾ। ਤਾਂ ਇਹ ਜਿਹੜੀ ਸੰਖਿਆ 2 ਤੇ ਤਾਂ ਭਾਗ ਹੋ ਰਹੀ ਹੈ, ਪਰ ਇਹ ਸੰਖਿਆ 3 ਤੇ ਭਾਗ ਨਹੀਂ ਹੋ ਰਹੀ, ਇਸ ਲਈ ਇਹ ਜਿਹੜੀ 6 ਤੇ ਭਾਗ ਨਹੀਂ ਹੋਏਗੀ। ਕਿਉਂਕਿ ਆਪਣੀ ਜਿਹੜੀ ਕੰਡੀਸ਼ਨ ਹੈ ਉਹ ਕੀ ਹੈ, ਇਹ ਜਿਹੜੀ ਸੰਖਿਆ 2 ਤੇ 3 ਦੋਵਾਂ ਨਾਲ ਭਾਗ ਹੋਏਗੀ ਉਹੀ 6 ਨਾਲ ਭਾਗ ਹੋਏਗੀ। ਠੀਕ ਹੈ, ਚਲੋ ਤੀਸਰੀ ਐਗਜ਼ਾਮਪਲ ਚੈੱਕ ਕਰਦੇ ਹਾਂ ਆਪਾਂ। ਜਿਸਤ ਸੰਖਿਆ ਲੱਗੀ ਹੈ ਇਕਾਈ ਸਥਾਨ ਤੇ। ਠੀਕ ਹੈ, ਤਾਂ ਇਹ ਸੰਖਿਆ ਜਿਸਤ ਹੈ, ਇਸ ਲਈ ਇਹ 2 ਤੇ ਤਾਂ ਭਾਗ ਹੋਏਗੀ। ਉਸ ਤੋਂ ਬਾਅਦ 3 ਤੇ ਚੈੱਕ ਕਰ ਲੈਂਦੇ ਹਾਂ ਆਪਾਂ। 3 ਦਾ ਕੀ ਤਰੀਕਾ ਹੈ, ਇਹਨਾਂ ਦੇ ਜਿਹੜੇ ਅੰਕ ਹੈ ਉਹ ਜੋੜ ਲੈਂਦੇ ਹਾਂ ਆਪਾਂ। ਦੇਖੋ 5 ਤੇ 3 8 ਤੇ 4 12 12 ਤੇ 3 15 15 ਤੇ 6 21, ਜਿਹੜਾ ਜੋੜ ਬਣਦਾ ਹੈ ਉਹ 21 ਬਣਦਾ ਹੈ। ਤਾਂ 21 ਜਿਹੜਾ ਹੈ ਉਹ 3 ਦੇ ਪਹਾੜੇ ਤੇ ਆ ਜਾਂਦਾ ਹੈ, ਭਾਗ ਹੋ ਜਾਂਦਾ ਹੈ। ਤਾਂ ਇਹ ਸੰਖਿਆ ਜਿਹੜੀ 3 ਨਾਲ ਵੀ ਭਾਗ ਹੋ ਰਹੀ ਹੈ, 2 ਨਾਲ ਵੀ ਭਾਗ ਹੋ ਰਹੀ ਹੈ, ਇਸ ਲਈ ਇਹ ਸੰਖਿਆ 6 ਨਾਲ ਵੀ ਭਾਗ ਹੋ ਜਾਏਗੀ। ਤਾਂ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ 7 ਦੀ। ਤਾਂ ਇਹ 3 ਐਗਜ਼ਾਮਪਲਾਂ ਹਨ ਜਿਨ੍ਹਾਂ ਨੂੰ ਆਪਾਂ ਜਿਹਦੀ ਡਿਵੀਜ਼ੀਬਿਲਟੀ ਚੈੱਕ ਕਰਨ ਲੱਗੇ ਹਾਂ 7 ਤੇ। ਤਾਂ ਦੇਖੋ ਇਹ ਆਪਾਂ ਪਹਿਲੀ ਐਗਜ਼ਾਮਪਲ ਲਈਏ ਪਹਿਲਾਂ। ਪਹਿਲੀ ਐਗਜ਼ਾਮਪਲ ਕੀ ਹੈ, 154। ਤਾਂ ਮੈਂ ਕਹਾਂ ਕਿ ਦੱਸੋ ਵੀ 154 7 ਤੇ ਭਾਗ ਹੋਏਗੀ ਜਾਂ ਨਹੀਂ ਹੋਏਗੀ। ਤਾਂ ਇਸ ਨੂੰ ਦੇਖੋ ਕੀ ਨਿਯਮ ਹੈ ਇਸ ਦਾ ਚੈੱਕ ਕਰਨ ਦਾ। ਤਾਂ ਤੁਸੀਂ ਕੀ ਕਰਨਾ ਹੈ, ਸੰਖਿਆ ਦੇ ਇਕਾਈ ਸਥਾਨ ਨੂੰ ਆਪਾਂ ਬਾਕਸ ਦੇ ਵਿੱਚ ਬੰਦ ਕਰ ਲੈਂਦੇ ਹਾਂ ਤੇ ਇਕਾਈ ਸਥਾਨ ਨੂੰ ਛੱਡ ਕੇ ਆ ਜਿਹੜੀ ਬਾਕੀ ਬਚ ਗਈ ਇਸ ਸੰਖਿਆ ਨੂੰ ਦੇਖਣਾ ਹੈ। ਕਰਨਾ ਕੀ ਹੈ, ਆਪਾਂ ਇਕਾਈ ਵਾਲੇ ਸਥਾਨ ਨੂੰ ਆਪਾਂ ਦੁੱਗਣਾ ਕਰ ਦੇਣਾ ਹੈ ਤੇ ਦੁੱਗਣਾ ਕਰਕੇ ਆ ਜਿਹੜਾ ਬਾਕੀ ਹਿੱਸਾ ਬਚ ਗਿਆ, ਰਿਮੇਨਿੰਗ ਪਾਰਟ ਜਿਹਨੂੰ ਆਪਾਂ ਕਵਾਂਗੇ, ਤਾਂ ਇਸ ਰਿਮੇਨਿੰਗ ਪਾਰਟ ਦੇ ਵਿੱਚੋਂ ਬਾਕੀ ਬਚੇ ਹਿੱਸੇ ਦੇ ਵਿੱਚੋਂ ਇਸ ਨੂੰ ਦੁੱਗਣਾ ਕਰਕੇ ਘਟਾ ਦੇਣਾ ਹੈ। ਦੇਖੋ ਕਿਵੇਂ, 4 ਦਾ ਦੁੱਗਣਾ ਕਿੰਨਾ ਹੁੰਦਾ ਹੈ, 8। ਤਾਂ ਅਗਰ ਆਪਾਂ ਕੀ ਕਰਾਂਗੇ, 15 ਦੇ ਵਿੱਚੋਂ 8 ਨੂੰ ਮਾਈਨਸ ਕਰ ਦਾਂਗੇ। ਜੋ ਵੀ ਇਸ ਦਾ ਡਬਲ ਬਣੇਗਾ, ਦੁੱਗਣਾ ਬਣੇਗਾ, ਉਹ ਇਸ ਦੇ ਵਿੱਚੋਂ ਕੀ ਕਰ ਦਾਂਗੇ, ਮਾਈਨਸ ਕਰ ਦਾਂਗੇ। ਜਦੋਂ 15 ਚੋਂ 8 ਗਏ, ਆਨਸਰ ਕੀ ਆਇਆ, 7। ਤਾਂ ਹੁਣ ਆਪਾਂ ਚੈੱਕ ਕਰਨਾ ਹੈ ਵੀ ਇਹ ਜਿਹੜੀ ਸੰਖਿਆ ਆ ਗਈ ਘਟਾ ਕੇ, ਇਹ 7 ਤੇ ਭਾਗ ਹੁੰਦੀ ਹੈ ਜਾਂ ਨਹੀਂ। ਤਾਂ 7 ਆਇਆ, ਤਾਂ 7 ਜਿਹੜਾ ਹੈ ਉਹ 7 ਤੇ ਭਾਗ ਹੁੰਦਾ ਹੈ। ਤਾਂ ਇਸ ਲਈ ਜਿਹੜਾ ਹੈ 154 ਵੀ 7 ਤੇ ਭਾਗ ਹੋ ਜਾਏਗਾ। ਤਾਂ ਦੂਸਰੀ ਐਗਜ਼ਾਮਪਲ ਹੈ, ਜਿਹੜੀ ਸੰਖਿਆ ਹੈ ਉਹ ਕੀ ਹੈ, 1078। ਤਾਂ ਹੁਣ ਆਪਾਂ ਕਰਨਾ ਕੀ ਹੈ, ਇਸ ਦੇ ਇਕਾਈ ਸਥਾਨ ਤੇ ਜਿਹੜਾ 8 ਹੈ, ਦੇਖੋ ਇਸ ਨੂੰ ਆਪਾਂ ਬਾਕਸ ਵਿੱਚ ਬੰਦ ਕਰ ਲਿਆ। ਤਾਂ ਜਿਹੜੀ ਇਧਰਲੇ ਪਾਸੇ ਸੰਖਿਆ ਰਹਿ ਗਈ ਬਾਕਸ ਤੋਂ ਇੱਧਰ, ਉਹ ਕਿਹੜੀ ਰਹਿ ਗਈ, 107 ਰਹਿ ਗਈ। ਹੁਣ ਆਪਾਂ ਕਰਨਾ ਕੀ ਹੈ,
8 ਦਾ ਕੀ ਕਰ ਦੇਣਾ ਹੈ, ਡਬਲ ਕਰ ਦੇਣਾ ਹੈ, ਦੁੱਗਣਾ ਕਰ ਦੇਣਾ ਹੈ। ਤਾਂ 8 ਦਾ ਜਦੋਂ ਦੁੱਗਣਾ ਕਰਾਂਗੇ ਕੀ ਬਣੇਗਾ 16, 8 ਦੂਣੀ 16। ਤਾਂ 16 ਨੂੰ ਆਪਾਂ 107 ਦੇ ਵਿੱਚੋਂ ਘਟਾ ਦੇਣਾ ਹੈ। ਤਾਂ ਜਦੋਂ ਆਪਾਂ 107 ਦੇ ਵਿੱਚੋਂ 16 ਘਟਾ ਦਿਆਂਗੇ ਤਾਂ ਦੇਖੋ ਕਿੰਨਾ ਬਚੇਗਾ। ਤਾਂ ਕਿੰਨਾ ਬਚਿਆ ਆਪਣੇ ਕੋਲੇ 1 ਤੇ 10 ਦੇ ਵਿੱਚੋਂ 1 ਗਿਆ 9, 91। ਹੁਣ ਚੈੱਕ ਕਰੋ 91 ਜਿਹੜਾ ਹੈ ਉਹ 7 ਨਾਲ ਭਾਗ ਹੋ ਜਾਂਦਾ ਹੈ ਜਾਂ ਨਹੀਂ ਹੋ ਜਾਂਦਾ। ਤਾਂ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਕਿ 91 7 ਤੇ ਭਾਗ ਹੋਏਗਾ ਜਾਂ ਨਹੀਂ ਹੋਏਗਾ, ਤਾਂ ਤੁਸੀਂ ਉਸੇ ਹੀ ਪ੍ਰੋਸੈਸ ਨੂੰ ਦੁਬਾਰਾ ਕਰਨਾ ਹੈ। ਦੇਖੋ ਕਿਵੇਂ, ਉਸੇ ਤਰੀਕੇ ਨਾਲ ਹੀ ਆਪਾਂ ਇਕਾਈ ਸਥਾਨ ਜਿਹੜਾ 91 ਦਾ ਇਕਾਈ ਸਥਾਨ ਹੈ ਉਸ ਨੂੰ ਬਾਕਸ ਦੇ ਵਿੱਚ ਬੰਦ ਕਰ ਲਾਂਗੇ ਤੇ ਆਪਾਂ ਕੀ ਕਰਾਂਗੇ, ਇਸ ਦਾ ਦੁੱਗਣਾ ਕਰਕੇ ਇਸ ਦੇ ਵਿੱਚੋਂ ਘਟਾ ਦਾਂਗੇ। ਤਾਂ 1 ਦਾ ਜਿਹੜਾ ਦੁੱਗਣਾ ਹੁੰਦਾ ਹੈ ਉਹ ਕਿੰਨਾ ਹੁੰਦਾ ਹੈ 2 ਹੁੰਦਾ ਹੈ। ਤਾਂ 9 ਦੇ ਵਿੱਚੋਂ ਜਦੋਂ ਆਪਾਂ 2 ਮਾਈਨਸ ਕਰਾਂਗੇ ਤਾਂ ਉੱਤਰ ਕੀ ਬਚੇਗਾ 7। ਹੁਣ ਦੱਸੋ ਵੀ 7 ਜਿਹੜਾ ਹੈ ਉਹ 7 ਨਾਲ ਭਾਗ ਹੋ ਜਾਊਗਾ, ਬਿਲਕੁਲ ਹੋ ਜਾਊਗਾ। ਵੈਸੇ 91 ਦਾ ਵੀ ਆਪਾਂ ਨੂੰ ਪਤਾ ਹੈ 13 7 91 ਭਾਗ ਹੋ ਜਾਂਦਾ ਹੈ, ਪਰ ਆਪਾਂ ਹੋਰ ਵੀ ਛੋਟਾ ਇਸ ਨੂੰ ਕਰਕੇ ਪਤਾ ਕਰ ਸਕਦੇ ਹਾਂ। ਦੇਖੋ ਤੀਸਰੀ ਐਗਜ਼ਾਮਪਲ ਦੇਖੋ, ਤਾਂ ਤੀਸਰੀ ਐਗਜ਼ਾਮਪਲ ਦੇਖੋ ਕੀ ਹੈ। ਤੀਸਰੀ ਐਗਜ਼ਾਮਪਲ ਨੂੰ ਦੇਖਣਾ ਹੈ ਤਾਂ ਆਪਾਂ ਕੀ ਕਰਾਂਗੇ, ਇਸ ਦਾ ਇਕਾਈ ਸਥਾਨ ਹੈ ਜਿਹੜਾ ਉਸ ਨੂੰ ਬਾਕਸ ਦੇ ਵਿੱਚ ਬੰਦ ਕਰ ਲਾਂਗੇ। ਆ ਜਿਹੜਾ ਰਿਮੇਨਿੰਗ ਪਾਰਟ ਬਚ ਗਿਆ, ਬਾਕੀ ਸੰਖਿਆ ਬਚ ਗਈ, ਇਸ ਨੂੰ ਆਪਾਂ ਕੀ ਕਰਨਾ, ਹੁਣ 1 ਦਾ ਆਪਾਂ ਦੁੱਗਣਾ ਕਰਨਾ ਹੈ ਤੇ ਇਸ ਦੇ ਵਿੱਚੋਂ ਘਟਾ ਦੇਣਾ ਹੈ। ਜਦੋਂ 1 ਦਾ ਦੁੱਗਣਾ ਕਰਾਂਗੇ ਤਾਂ 2 ਆ ਜਾਏਗਾ, 1 ਦਾ ਦੁੱਗਣਾ 2 ਜਦੋਂ ਮਾਈਨਸ ਕਰਾਂਗੇ ਇਸ ਦੇ ਵਿੱਚੋਂ ਤਾਂ ਕਿੰਨਾ ਬਚੇਗਾ 1575 ਬਚਿਆ। ਠੀਕ ਹੈ ਜੀ। ਹੁਣ ਆਪਾਂ ਫਿਰ ਉਹੀ 1575 ਬਾਰੇ ਆਪਾਂ ਨੂੰ ਨਹੀਂ ਪਤਾ ਕਿ ਇਹ 7 ਤੇ ਭਾਗ ਹੋਏਗਾ ਜਾਂ ਨਹੀਂ ਹੋਏਗਾ, ਆਪਾਂ ਉਸੇ ਤਰੀਕੇ ਨਾਲ ਹੀ ਇਸ ਦਾ ਇਕਾਈ ਸਥਾਨ ਨੂੰ ਲੌਕ ਕਰ ਦਿਆਂਗੇ ਤੇ ਜਿਹੜਾ ਰਿਮੇਨਿੰਗ ਪਾਰਟ ਹੈ ਉਹ 157 ਬਚਿਆ। ਉਸ ਤੋਂ ਬਾਅਦ ਦੇਖੋ 5 ਦਾ ਦੁੱਗਣਾ ਕੀ ਹੋ ਗਿਆ 10, ਤਾਂ ਆਪਾਂ ਇਸ ਦੇ ਵਿੱਚੋਂ 10 ਮਾਈਨਸ ਕਰ ਦਾਂਗੇ, ਕੀ ਬਚੇਗਾ ਜੀ 147 ਬਚੇਗਾ। ਤਾਂ 147 ਬਾਰੇ ਵੀ ਤੁਹਾਨੂੰ ਨਹੀਂ ਕਲੀਅਰ ਹੋ ਰਿਹਾ ਵੀ ਇਹ 7 ਤੇ ਭਾਗ ਹੋਏਗਾ ਜਾਂ ਨਹੀਂ ਹੋਏਗਾ, ਫਿਰ ਆਪਾਂ ਫਿਰ ਇਸ ਨੂੰ ਡੱਬੇ 'ਚ ਬੰਦ ਕਰ ਦਾਂਗੇ ਤੇ ਇਸ ਨੂੰ ਰਿਮੇਨਿੰਗ ਪਾਰਟ ਦੇ ਵਿੱਚੋਂ ਡਬਲ ਕਰਕੇ ਘਟਾ ਦਾਂਗੇ। ਤਾਂ 7 ਦਾ ਜਿਹੜਾ ਦੁੱਗਣਾ ਹੁੰਦਾ ਉਹ ਕਿੰਨਾ ਹੁੰਦਾ 14। ਤਾਂ ਜਦੋਂ 14 ਘਟਾਤਾ ਕਿੰਨਾ ਬਚਿਆ, 14 'ਚੋਂ 14 ਘਟਾਇਆ ਕਿੰਨਾ ਬਚਿਆ 0 ਬਚਿਆ। ਤਾਂ 0 ਜਿਹੜਾ ਹੈ ਉਹ 7 ਤੇ ਭਾਗ ਹੋ ਜਾ, ਤਾਂ ਇਹ ਸੰਖਿਆ ਵੀ ਜਿਹੜੀ ਹੈ ਉਹ 7 ਤੇ ਭਾਗ ਹੋ ਜਾਏਗੀ। ਤਾਂ ਇਹ ਸੀ 7 ਨਾਲ ਡਿਵੀਜ਼ੀਬਿਲਟੀ। ਇਸ ਤੋਂ ਬਾਅਦ ਦੇਖਦੇ ਹਾਂ 8 ਨਾਲ। 3 ਐਗਜ਼ਾਮਪਲਸ ਹਨ ਜਿਨ੍ਹਾਂ ਨੂੰ ਆਪਾਂ 8 ਤੇ ਚੈੱਕ ਕਰਨਾ ਹੈ ਕਿ 8 ਤੇ ਭਾਗ ਹੋਣਗੀਆਂ ਜਾਂ ਨਹੀਂ ਹੋਣਗੀਆਂ। 8 ਦੇ ਵਿੱਚ ਆਪਾਂ 3 ਅੰਕ ਦੇਖਣੇ ਹਨ। ਠੀਕ ਹੈ, 3 ਅੰਕ ਸੰਖਿਆ ਦੇ ਅਖੀਰਲੇ 3 ਅੰਕ, ਯਾਨੀ ਕਿ ਇਕਾਈ ਦਹਾਈ ਸੈਂਕੜੇ ਵਾਲੇ 3 ਅੰਕ ਦੇਖਣੇ ਹੈ। ਜੇਕਰ ਉਹ 3 ਅੰਕ 8 ਤੇ ਭਾਗ ਹੋ ਜਾਂਦੇ ਹੈ ਤਾਂ ਉਹ ਜਿਹੜੀ ਸਾਰੀ ਦੀ ਸਾਰੀ ਸੰਖਿਆ ਹੈ ਉਹ 8 ਤੇ ਭਾਗ ਹੋ ਜੂਗੀ। ਤਾਂ ਦੇਖੋ ਇਸ ਦੇ ਜਿਹੜੇ 3 ਅੰਕ ਹਨ ਉਹ ਕੀ ਹਨ 0 48 0 48 ਦਾ ਮਤਲਬ 48 48 ਜਿਹੜਾ ਹੈ ਉਹ 8 ਤੇ ਪਾੜੇ ਤੇ ਆਉਂਦਾ ਹੈ, 8 6 48। ਤਾਂ 48 8 ਤੇ ਭਾਗ ਹੋ ਜਾਏਗਾ, ਤਾਂ ਇਹ ਸਾਰੀ ਸੰਖਿਆ ਵੀ 8 ਤੇ ਭਾਗ ਹੋ ਜੂਗੀ। ਤਾਂ ਇਸ ਦੇ ਜਿਹੜੇ ਤੁਸੀਂ ਦੇਖੋ ਲਾਸਟ ਵਾਲੇ 3 ਅੰਕ ਕਿਹੜੇ ਹਨ 0 0 8, ਮਤਲਬ ਕਿ 8 0 0 ਦਾ ਮਤਲਬ ਅੱਗੇ 0 ਦੀ ਕੋਈ ਵੈਲਿਊ ਨਹੀਂ, ਤਾਂ 8 ਆ ਗਿਆ। 8 ਜਿਹੜਾ ਹੈ ਉਹ 8 ਤੇ ਭਾਗ ਹੋ ਜਾਂਦਾ ਹੈ, ਇਹ ਸੰਖਿਆ ਵੀ 8 ਤੇ ਭਾਗ ਹੋ ਜਾਏਗੀ। ਉਸ ਤੋਂ ਬਾਅਦ ਦੇਖੋ 524 ਹੈ, ਇਸ ਦੇ ਅਖੀਰ ਵਿੱਚ 524 ਹੈ। ਇਸ ਨੂੰ ਤੁਹਾਨੂੰ ਭਾਗ ਕਰਕੇ ਦੇਖਣਾ ਪਏਗਾ ਵੀ ਇਹ 8 ਤੇ ਭਾਗ ਹੁੰਦਾ ਹੈ ਜਾਂ ਨਹੀਂ। ਸਾਰੀ ਸੰਖਿਆ ਨੂੰ ਭਾਗ ਕਰਨ ਦੀ ਬਜਾਏ ਆਪਾਂ ਸਿਰਫ 3 ਡਿਜਿਟ ਹੀ ਭਾਗ ਕਰਨੇ ਹੈ। ਤਾਂ 8 6 48, 6 ਆਇਆ, 12 ਚੋਂ 8 ਗਏ 4 44, 8 5 40, ਤਾਂ ਕਿੰਨਾ ਬਚਿਆ 4। ਤਾਂ ਜਿਹੜਾ ਆਨਸਰ ਆਇਆ ਉਹ 65 ਆਇਆ, ਪਰ 4 ਬਚ ਗਿਆ, ਬਾਕੀ ਭਾਗ ਪੂਰੀ ਨਹੀਂ ਹੋਈ। ਤਾਂ ਇਸ ਲਈ ਇਹ ਸੰਖਿਆ ਵੀ ਪੂਰੀ ਭਾਗ 8 ਤੇ ਨਹੀਂ ਹੋਏਗੀ। ਇਸ ਤੋਂ ਬਾਅਦ ਦੇਖਦੇ ਹਾਂ ਆਪਾਂ 9 ਜਿਹੜਾ ਹੈ ਉਸ ਦਾ ਜਿਹੜਾ ਰੂਲ ਹੈ ਉਹ ਬਿਲਕੁਲ 3 ਨਾਲ ਮਿਲਦਾ ਹੈ। 3 ਦਾ ਰੂਲ ਕੀ ਸੀ, 3 ਦਾ ਰੂਲ ਪੜ੍ਹਿਆ ਸੀ ਆਪਾਂ, ਜੇਕਰ ਸੰਖਿਆ ਦੇ ਅੰਕਾਂ ਦਾ ਜੋੜ 3 ਤੇ ਭਾਗ ਹੋ ਜਾਂਦਾ ਹੈ ਤਾਂ ਉਹ ਸੰਖਿਆ ਵੀ 3 ਤੇ ਭਾਗ ਹੋ ਜਾਂਦੀ ਹੈ। ਉਸੇ ਤਰੀਕੇ ਨਾਲ ਹੀ 9 ਹੈ, ਜੇਕਰ ਸੰਖਿਆ ਦੇ ਅੰਕਾਂ ਦਾ ਜੋੜ 9 ਨਾਲ ਭਾਗ ਹੋ ਜਾਏਗਾ ਤਾਂ ਉਹ ਸੰਖਿਆ ਵੀ 9 ਨਾਲ ਭਾਗ ਹੋ ਜਾਏਗੀ। ਤਾਂ ਆਪਾਂ ਹੁਣ ਸੰਖਿਆ ਦੇ ਅੰਕਾਂ ਦਾ ਜੋੜ ਕਰਨਾ ਹੈ। ਤਾਂ ਦੇਖੋ ਪਹਿਲੀ ਐਗਜ਼ਾਮਪਲ ਲੈਂਦੇ ਹਾਂ ਆਪਾਂ। ਦੇਖੋ 3 ਤੇ 2 5, 5 ਤੇ 4 9, 9 ਤੇ 5 14, 14 ਤੇ 1 15, 15 ਤੇ 2 17, 17 ਤੇ 5 22, 22 ਤੇ 1 23 ਤੇ 4 27। ਤਾਂ ਇਸ ਦੇ ਜਿਹੜੇ ਅੰਕਾਂ ਦਾ ਜੋੜ ਹੈ ਉਹ ਕਿੰਨਾ ਬਣ ਰਿਹਾ ਹੈ 27 ਬਣ ਰਿਹਾ ਹੈ। 27 ਜਿਹੜਾ ਹੈ 9 ਤੇ ਭਾਗ ਹੋ ਜਾਂਦਾ ਹੈ, ਇਹ ਸੰਖਿਆ ਵੀ 9 ਤੇ ਭਾਗ ਹੋ ਜਾਏਗੀ। ਉਸੇ ਤਰੀਕੇ ਨਾਲ ਆਪਾਂ ਜੇਕਰ ਆਪਾਂ ਅੰਕਾਂ ਦਾ ਜੋੜ ਨਹੀਂ ਕਰਨਾ ਚਾਹੁੰਦੇ ਤਾਂ ਆਪਾਂ ਇਸ ਨੂੰ ਕੱਟ ਕੇ ਵੀ ਅੰਕਾਂ ਨੂੰ ਕੱਟ ਕੇ ਵੀ ਇਸ ਨੂੰ ਕਰ ਸਕਦੇ ਸੀ। ਦੇਖੋ 3 ਤੇ 2 5, 5 ਤੇ 4 9, ਤਾਂ ਦੇਖੋ 9 9 ਨਾਲ ਭਾਗ ਹੋ ਜਾਂਦਾ ਹੈ, ਤਾਂ 3 ਅੰਕ ਕੱਟੇ ਗਏ, ਇਹਨਾਂ ਦਾ ਜੋੜ 9 ਬਣ ਗਿਆ, 9 9 ਤੇ ਭਾਗ ਹੋ ਜਾਂਦਾ ਹੈ। ਉਸ ਤੋਂ ਬਾਅਦ ਅਗਲੇ ਅੰਕਾਂ ਦਾ ਜੋੜ ਕਰਦੇ ਹਾਂ ਆਪਾਂ। ਦੇਖੋ 5 ਤੇ 1 6, 6 ਤੇ 2 8, 8 ਦੇ ਵਿੱਚ ਹੁਣ ਦੇਖੋ ਆਪਾਂ ਆ ਅਖੀਰਲਾ 1 ਜੋੜ ਦਿੰਦੇ ਹਾਂ। ਦੇਖੋ
5 6 8 ਤੇ 1 ਆ 9 ਤਾਂ 9 ਨਾਲ 9 ਭਾਗ ਹੋ ਗਿਆ, ਜੋੜ 9 ਬਣ ਗਿਆ। ਉਸ ਤੋਂ ਬਾਅਦ ਦੇਖੋ 5 ਤੇ 4 9 ਹੁੰਦੇ ਆ, ਇਹ ਵੀ ਕੱਟੇ ਜਾਣਗੇ, 9 ਨਾਲ 9 ਮਤਲਬ ਭਾਗ ਹੋ ਜਾਂਦਾ। ਤਾਂ ਸਾਰੇ ਦੇ ਸਾਰੇ ਅੰਕ ਆਪਾਂ ਜੇਕਰ ਜੋੜ ਕਰਕੇ ਕੱਟੀਏ ਤਾਂ ਇਸੇ ਤਰੀਕੇ ਨਾਲ ਕੱਟ ਸਕਦੇ ਹਾਂ। ਤਾਂ ਜੇਕਰ ਇਸ ਤਰੀਕੇ ਨਾਲ ਸਮਝ ਨਹੀਂ ਆ ਰਿਹਾ ਤਾਂ ਤੁਸੀਂ ਅੰਕਾਂ ਦਾ ਜੋੜ ਕਰਕੇ ਕਰ ਸਕਦੇ ਹੋ। ਤਾਂ ਇਸ ਨੂੰ ਦੇਖੋ, ਹੁਣ ਦੇਖੋ ਜੇਕਰ ਆਪਾਂ ਕੱਟਣ ਵਾਲੇ ਤਰੀਕੇ ਨਾਲ ਕਰੀਏ, ਅੰਕਾਂ ਨੂੰ ਕੱਟਣ ਵਾਲੇ ਤਰੀਕੇ ਨਾਲ, ਦੇਖੋ 9 ਸਿੱਧਾ ਕੱਟਿਆ ਗਿਆ ਪਹਿਲੇ ਨੰਬਰ ਤੇ ਹੀ, ਠੀਕ ਹੈ, 9 ਨਾਲ 9 ਭਾਗ ਹੋ ਜਾਂਦਾ ਹੈ, ਤਾਂ 9 ਕੱਟਿਆ ਗਿਆ। ਹੁਣ ਬਾਕੀ ਦੇ ਜਿਹੜੇ ਅੰਕ ਦੇਖ ਲਓ, ਉਹਨਾਂ ਦਾ ਜੋੜ ਕਰ ਲਓ। 8 ਤੇ 4 12, 12 ਤੇ 6 18, 18 ਜਿਹੜਾ ਹੈ ਉਹ 9 ਤੇ ਭਾਗ ਹੋ ਜਾਂਦਾ, ਇਹ ਸੰਖਿਆ ਵੀ 9 ਤੇ ਭਾਗ ਹੋ ਜਾਏਗੀ। ਉਸ ਤੋਂ ਬਾਅਦ ਆਪਾਂ ਇਸ ਦੀ ਗੱਲ ਕਰੀਏ ਤੀਸਰੀ ਐਗਜ਼ਾਮਪਲ ਦੀ, ਤਾਂ ਤੀਸਰੀ ਐਗਜ਼ਾਮਪਲ ਦੇ ਵਿੱਚ ਦੇਖੋ 3 ਹੈ, 3 ਤੇ 7 10, 10, 10 ਤੇ 6 16, 16 ਤੇ 2 18, 18 ਜਿਹੜਾ ਹੈ ਉਹ 9 ਤੇ ਭਾਗ ਹੋ ਜਾਂਦਾ ਹੈ, ਤਾਂ ਇਹ ਸੰਖਿਆ ਵੀ 9 ਤੇ ਭਾਗ ਹੋ ਜਾਏਗੀ। ਤਾਂ ਇਸ ਤੋਂ ਬਾਅਦ ਆਪਾਂ ਗੱਲ ਕਰੀਏ 10 ਦੀ, 10 ਨਾਲ ਭਾਗ, ਤਾਂ 10 ਨਾਲ ਭਾਗ ਬੜੀ ਸਿੰਪਲ ਹੈ ਚੈੱਕ ਕਰਨਾ। ਕੋਈ ਵੀ ਸੰਖਿਆ ਮੰਨ ਲਓ, ਕੋਈ ਵੀ ਸੰਖਿਆ ਲੈ ਲਓ, ਮੰਨ ਲਓ ਪਹਿਲੀ ਐਗਜ਼ਾਮਪਲ ਆ ਹੈ, ਦੂਜੀ ਐਗਜ਼ਾਮਪਲ ਮੈਂ ਲੈ ਰਿਹਾ ਹਾਂ, ਆ ਦੂਸਰੀ ਐਗਜ਼ਾਮਪਲ ਹੈ। ਤਾਂ ਜੇਕਰ ਮੈਂ ਕਹਾਂ ਕਿ 10 ਨਾਲ ਕਿਹੜੀ ਸੰਖਿਆ ਭਾਗ ਹੋਊਗੀ, ਤਾਂ ਜਿਸ ਸੰਖਿਆ ਦੇ ਅੰਤ ਵਿੱਚ 0 ਹੋਊਗੀ ਨਾ, ਉਹ ਸੰਖਿਆ 10 ਨਾਲ ਭਾਗ ਹੋ ਜਾਊਗੀ, ਕੱਲੀ 0। ਹੋਰ ਕੋਈ ਵੀ ਅੰਕ ਅਗਰ ਅਖੀਰ ਤੇ ਹੋਊਗਾ ਤਾਂ ਉਹ ਸੰਖਿਆ 10 ਤੇ ਭਾਗ ਨਹੀਂ ਹੋਏਗੀ। ਤਾਂ ਜਿਹੜੀ ਸੰਖਿਆ ਹੈ, ਇਹ ਸਾਰੀ ਦੀ ਸਾਰੀ ਸੰਖਿਆ 10 ਨਾਲ ਭਾਗ ਹੋ ਜਾਊਗੀ, ਕਿਉਂਕਿ ਇਸ ਦੇ ਇਕਾਈ ਸਥਾਨ ਤੇ ਕੀ ਹੈ, 0 ਹੈ। ਤਾਂ ਹੁਣ ਦੇਖੋ ਇਸ ਸੰਖਿਆ ਦੇ ਵਿੱਚ ਇਕਾਈ ਸਥਾਨ ਤੇ 5 ਹੈ, ਇਸ ਲਈ ਇਹ ਸੰਖਿਆ 10 ਤੇ ਭਾਗ ਨਹੀਂ ਹੋਏਗੀ। 10 ਤੇ ਭਾਗ ਹੋਣ ਲਈ ਸਿਰਫ ਤੁਸੀਂ ਇੱਕ ਇਕਾਈ ਵਾਲਾ ਅੰਕ ਹੀ ਦੇਖਣਾ ਹੈ, ਤੇ ਉੱਥੇ ਕੀ ਹੋਣੀ ਚਾਹੀਦੀ ਹੈ, 0 ਹੋਣੀ ਚਾਹੀਦੀ ਹੈ। ਤਾਂ ਇਹ ਸੀ 1 ਤੋਂ ਲੈ ਕੇ 10 ਤੱਕ ਦੀਆਂ ਸੰਖਿਆਵਾਂ ਨਾਲ ਭਾਗ ਸੰਬੰਧੀ ਕੁਝ ਨਿਯਮ, ਜਿਨ੍ਹਾਂ ਨੂੰ ਆਪਾਂ ਸਿੱਖਿਆ ਹੈ। ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ, ਤੇ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।